ਮੇਰੇ ਨਾਲ ਬੈਠੇ ਨੇ ਸਰਦਾਰ RS ਬੈਂਸ ਸਾਹਿਬ ਜੋ ਐਡਵੋਕੇਟ ਨੇ, ਜਸਟਿਸ ਅਜੀਤ ਸਿੰਘ ਦੇ ਬੇਟੇ ਨੇ। ਤੇ ਵੱਡੀ ਦੁਨੀਆ ਇਹਨਾਂ ਦੇ ਨਾਲ ਟੂ ਦੀ ਪੁਆਇੰਟ ਹੀ ਗੱਲ ਕਰਾਂਗੇ ਕਿਉਂਕਿ ਕਾਫੀ ਰੁਝੇਵਾਂ ਇਹਨਾਂ ਦਾ। ਅੱਜ ਐਤਵਾਰ ਕਰਕੇ ਵੀ ਫਿਰ ਵੀ ਇਹਨਾਂ ਦੇ ਕੋਲ ਟਾਈਮ ਨਹੀਂ ਹੈਗਾ ਤੇ ਮਸਾਂ ਹੀ ਟਾਈਮ ਮਿਲਿਆ ਇਹਨਾਂ ਦੇ ਕੋਲੋਂ। ਸਰ ਮੈਂ ਟੂ ਦੀ ਪੁਆਇੰਟ ਤੁਹਾਡੇ ਨਾਲ ਗੱਲ ਕਰੂੰਗਾ ਕਿ ਜਿਵੇਂ ਸੁਧੀਰ ਸੂਰੀ ਜੀ ਦਾ ਕਤਲ ਹੋਇਆ, ਦੋ ਐਂਗਲ ਨੇ ਇਹਦੇ ਵਿੱਚ। ਇੱਕ ਐਂਗਲ ਤਾਂ ਖੁਸ਼ੀ ਮਨਾ ਰਿਹਾ ਬਹੁਤ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ, ਦੂਸਰਾ ਐਂਗਲ ਹੈਗਾ ਵੀ ਜਿਹੜੇ ਦੁੱਖ ਵੀ ਕਰ ਰਹੇ ਨੇ, ਤੇ ਤੀਸਰਾ ਐਂਗਲ ਹੈਗਾ ਵੀ ਜਿਹੜੇ ਕੁਛ ਇਹਦੇ ਵਿੱਚੋਂ ਸੋਚ ਵੀ ਰਹੇ ਨੇ ਕਿ ਪੰਜਾਬ ਦਾ ਭਵਿੱਖ ਕੀ ਹੋਏਗਾ। ਇਹਦੇ ਨਾਲ ਸਰ ਥੋੜ੍ਹਾ ਸਮਾਂ ਪਹਿਲਾਂ ਹੀ ਸੁਪਰੀਮ ਕੋਰਟ ਨੇ ਭੜਕਾਊ ਭਾਸ਼ਣਾਂ ਦੇ ਉੱਪਰ ਜਿਹੜੀ ਰੋਕਥਾਮ ਸੀ ਉਹਦੇ ਉੱਪਰ ਜਿਹੜੀਆਂ ਕਾਰਵਾਈਆਂ ਨਹੀਂ ਹੁੰਦੀਆਂ ਉਹਦੇ ਉੱਪਰ ਚਿੰਤਾ ਜ਼ਾਹਰ ਕੀਤੀ ਤੇ ਸਰਕਾਰ ਨੂੰ ਐਕਸ਼ਨ ਲੈਣ ਲਈ ਵੀ ਗੱਲਾਂ ਕਹੀਆਂ ਸੀ। ਤੇ ਨਾਲ ਹੁਣ ਸੂਰੀ ਸਾਹਿਬ ਵੀ ਜਦੋਂ ਜਿਉਂਦੇ ਸੀ ਲਾਈਫ ਦੇ ਵਿੱਚ ਸੀ, ਉਹ ਬਹੁਤ ਭੜਕਾਊ ਤੇ ਅੱਤ ਜਿਹੜੀ ਭੱਦੀ ਸ਼ਬਦਾਵਲੀ ਦੇ ਵਿੱਚ ਕਮੈਂਟ ਵੀ ਕਰਦੇ ਸੀ ਤੇ ਉਹਦੇ ਰਿਟੈਲੀਏਸ਼ਨ ਦੇ ਵਿੱਚ ਬਹੁਤ ਸਾਰੇ ਲੋਕ ਜਵਾਬ ਵੀ ਦਿੰਦੇ ਸੀ। ਤਾਂ ਹੁਣ ਤੁਸੀਂ ਕੀ ਕਹੋਗੇ ਵੀ ਸਰਕਾਰ ਨੇ ਸਮਾਂ ਰਹਿੰਦਿਆਂ ਕਾਰਵਾਈ ਨਹੀਂ ਕੀਤੀ, ਜਾਂ ਸੂਰੀ ਸਾਹਿਬ ਨੂੰ ਸਮਝ ਨਹੀਂ ਲੱਗੀ, ਜਾਂ ਹੋਇਆ ਕੀ, ਜਾਂ ਪੰਜਾਬ ਦਾ ਮਾਹੌਲ ਨਵੇਂ ਸਿਰੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਸ਼ਬਦਾਂ ਦਾ ਜਵਾਬ ਤਾਂ ਸ਼ਬਦ ਨਾਲ ਹੀ ਦੇਣਾ ਚਾਹੀਦਾ ਜੀ। ਜਦੋਂ ਤੁਸੀਂ ਸਾਰੀ ਬੋਲਣ ਦੀ ਆਜ਼ਾਦੀ ਦੀ ਗੱਲ ਕਰਦੇ ਹੋ, ਆਪਾਂ ਸਰਕਾਰ ਨੂੰ ਕਿੰਨਾ ਕ੍ਰਿਟਿਸਾਈਜ਼ ਕਰਦੇ ਹਾਂ ਜੀ ਕਿ ਇਹ ਬੋਲਣ ਦੀ ਆਜ਼ਾਦੀ ਤੇ ਰੋਕ ਲਾ ਰਹੇ ਨੇ ਜੀ, ਕੇਸ ਦਰਜ ਕਰਦੇ ਨੇ। ਇਸ ਕਰਕੇ ਕਤਲ ਕਰਨਾ ਕਿਉਂਕਿ ਉਹ ਮਾੜਾ ਬੋਲਦਾ ਸੀ, ਇਹ ਤਾਂ ਕਿਸੇ ਪੱਖੋਂ ਵੀ ਨਾ ਕਾਨੂੰਨ ਤੋਂ ਨਾ ਕਿਸੇ ਪੱਖੋਂ ਵੀ ਤੁਸੀਂ ਜਾਇਜ਼ ਨਹੀਂ ਠਹਿਰਾ ਸਕਦੇ। ਤੇ ਫਿਰ ਹਲੇ ਸਾਨੂੰ ਇਹ ਵੀ ਨਹੀਂ ਕਲੀਅਰ ਕਿ ਉਹਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਹ ਮਾੜਾ ਬੋਲਦਾ ਸੀ, ਜਾਂ ਇਸ ਲਈ ਮਾਰ ਗਿਆ ਕਿਉਂਕਿ ਕੋਈ ਰੰਜਿਸ਼ ਸੀ, ਨਿੱਜੀ ਵੀ ਗੱਲ ਹੋ ਸਕਦੀ, ਜਾਂ ਕਿਉਂਕਿ ਦੁਕਾਨ ਦੇ ਸਾਹਮਣੇ ਧਰਨਾ ਲਾਇਆ ਸੀ ਤਾਂ ਉਹਨਾਂ ਨਾਲ ਕੋਈ ਤੂੰ ਮੈਂ ਹੋ ਗਈ। ਹਲੇ ਇਸ ਕੁਝ ਗੱਲ ਤੇ ਕੁਝ ਬਿਲਕੁਲ ਸਪਸ਼ਟ ਨਹੀਂ ਹੋਇਆ ਜੀ। 12 ਬੰਦੇ ਸਿਕਿਉਰਿਟੀ ਦੇ ਆਲੇ ਦੁਆਲੇ ਖੜੇ ਹੋਣ, ਲੋਕਲ ਪੁਲਿਸ ਵੀ ਹੋਵੇ, ਫਿਰ ਵੀ ਕੋਈ ਮਾਰ ਜਾਵੇ ਔਰ 5 ਗੋਲੀਆਂ ਵੀ ਦਿਖਦੀਆਂ, ਕੈਮਰੇ ਵਿੱਚ ਦਿਖਦੀਆਂ, ਇਸ ਕਰਕੇ ਬਿਲਕੁਲ ਸਪਸ਼ਟ ਨਹੀਂ ਹੋਇਆ ਕਿ ਇਹ ਹਾਲਾਤ ਹੋਇਆ ਕਿਵੇਂ। ਤੇ ਇਸ ਕਰਕੇ ਇਹ ਤਾਂ ਬਿਲਕੁਲ ਜਸਟੀਫਿਕੇਸ਼ਨ ਨਹੀਂ ਹੈ ਕਿ ਕੋਈ ਮਾੜਾ ਬੋਲਦਾ ਸੀ, ਇਸ ਕਰਕੇ ਇਸ ਤੇ ਖੁਸ਼ ਹੋਣ ਦੀ ਵੀ ਲੋੜ ਨਹੀਂ ਹੈ ਕਿਉਂਕਿ ਸ਼ਬਦਾਂ ਦੀ ਲੜਾਈ ਅਲੱਗ ਹੁੰਦੀ ਹੈ, ਵਿਚਾਰਾਂ ਦੀ ਲੜਾਈ ਅਲੱਗ ਹੁੰਦੀ ਹੈ। ਜੇ ਤੁਸੀਂ ਉਹਨੂੰ ਗੋਲੀ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰੋ ਤਾਂ ਉਹੀ ਸ਼ਬਦ ਹਮੇਸ਼ਾ ਲਈ ਪਰਮਾਨੈਂਟ ਹੋ ਜਾਂਦੇ ਬਿਲਕੁਲ, ਔਰ ਗੂੰਜਦੇ ਬਹੁਤ ਨੇ। ਇਸੇ ਕਰਕੇ ਹਮੇਸ਼ਾ ਕਿਹਾ ਜਾਂਦਾ ਕਿ ਜੇ ਤੁਸੀਂ ਗੋਲੀ ਨਾਲ ਕਿਸੇ ਦੀ ਜ਼ੁਬਾਨ ਬੰਦ ਕਰੋ ਤਾਂ ਉਹ ਸਭ ਤੋਂ ਨਕਮਾ ਤਰੀਕਾ ਹੈ ਕਿਉਂਕਿ ਫਿਰ ਉਹ ਸ਼ਬਦ ਕਦੀ ਬੰਦ ਹੀ ਨਹੀਂ ਹੁੰਦੇ। ਜਿਹਨੂੰ ਤੁਸੀਂ ਮਾਰ ਦਿੰਦੇ, ਅੱਜ ਸੁਧੀਰ ਸੂਰੀ ਇੱਕ ਵਰਗ ਲਈ ਸ਼ਹੀਦ ਬਣ ਗਿਆ ਜੀ। ਤੇ ਇਹ ਜੇ ਤੁਸੀਂ ਚਾਹੁੰਦੇ ਸੀ ਕਿ ਉਹਦੇ ਸ਼ਬਦ ਬਾਰ-ਬਾਰ ਰਿਪੀਟ ਨਾ ਹੋਣ ਤੇ ਇਹ ਸਭ ਤੋਂ ਮਾੜਾ ਤਰੀਕਾ ਹੈ। ਹੁਣ ਤੁਸੀਂ ਹਾਰ ਗਏ ਹੋ, ਹੁਣ ਉਹ ਸੁਧੀਰ ਜਿਹੜਾ ਸੂਰੀ ਹਮੇਸ਼ਾ ਜ਼ਿੰਦਾ ਰਹੇਗਾ ਪੰਜਾਬ ਵਿੱਚ, ਚਾਹੇ ਉਹਦਾ ਅੱਛਾ ਬੁਰਾ ਅਸਰ ਜੋ ਵੀ ਹੋਏਗਾ, ਪਰ ਤੁਸੀਂ ਹੁਣ ਉਹਨੂੰ ਮਾਰ ਜਿਉਂਦਾ ਕਰਤਾ, ਹਮੇਸ਼ਾ ਲਈ ਜ਼ਿੰਦਾ ਕਰਤਾ। ਜਿਸ ਉਮਰ 'ਚ ਮਰ ਗਿਆ ਇਹਦੀ ਪਿਕਚਰ ਹਮੇਸ਼ਾ ਪੰਜਾਬ ਵਿੱਚ ਤੁਹਾਨੂੰ ਦਿਖਦੀ ਰਹੇਗੀ ਜੀ। ਇਸ ਕਰਕੇ ਇਹ ਜਿਹਨੇ ਵੀ ਕੀਤਾ ਕੋਈ ਸਮਝਦਾਰੀ ਦਾ ਕੰਮ ਨਹੀਂ ਕੀਤਾ। ਸਰ ਆਪਾਂ ਇੱਕ ਗੱਲ ਹੋਰ ਕਰਦੇ ਹਾਂ, ਚਾਹੇ ਸੂਰੀ ਸੀ, ਚਾਹੇ ਸਿੱਖਾਂ ਦੇ ਵਿੱਚੋਂ ਹੋਵੇ, ਚਾਹੇ ਕੋਈ ਵੀ ਧਿਰ ਹੋਵੇ ਨਾ, ਆਪਾਂ ਨਿਊਟਰਲ ਜੀ ਗੱਲ ਕਰਦੇ ਹਾਂ ਵੀ ਜਦੋਂ ਭੜਕਾਊ ਭਾਸ਼ਣ ਦਿੱਤੇ ਜਾਂਦੇ ਨੇ, ਬੋਲਿਆ ਜਾਂਦਾ ਆ, ਤੇ ਉਦੋਂ ਸਰਕਾਰਾਂ ਕਿਉਂ ਚੁੱਪ ਰਹਿੰਦੀਆਂ ਨੇ? ਇੱਕ ਗਰਾਊਂਡ ਤਿਆਰ ਕੀਤੀ ਜਾਂਦੀ ਆ, ਜਾਂ ਮਤਲਬ ਸਰਕਾਰਾਂ ਨੂੰ ਇਸ ਚੀਜ਼ ਨਾਲ ਕੋਈ ਲੈਣ ਦੇਣ ਹੀ ਨਹੀਂ ਹੈਗਾ ਲੋਕਾਂ ਦੇ ਨਾਲ? ਹਰ ਬੰਦਾ ਛੋਟੀ ਨਜ਼ਰ ਨਾਲ ਦੇਖਦਾ, ਉਹਦੇ ਵੱਡੇ ਕੌਨਸੀਕੁਐਂਸਿਸ ਨਹੀਂ ਦੇਖਦਾ। ਸਰਕਾਰ ਨੂੰ ਲੱਗਦਾ ਕਿ ਛੋਟੇ ਨਜ਼ਰ ਨਾਲ ਕਿ ਛੋਟੇ ਪੀਰੀਅਡ ਦੇ ਦੌਰਾਨ ਤੁਹਾਨੂੰ ਕੋਈ ਫਾਇਦਾ ਹੋਣੇ ਲੱਗ, ਇਲੈਕਸ਼ਨਾਂ ਨੇੜੇ ਆ ਗਈਆਂ, ਥੋੜ੍ਹਾ ਜਿਹਾ ਇੱਥੇ ਟੈਨਸ਼ਨ ਕ੍ਰੀਏਟ ਕਰ ਦਿਓ, ਹਿੰਦੂਆਂ ਨੂੰ ਇੱਕ ਪਾਸੇ ਲੈ ਜਾਓ, ਜਿਹੜਾ ਡਿਫਰੈਂਸ ਕ੍ਰੀਏਟ ਕਰਨਾ ਨਾ, ਪੋਲਰਾਈਜੇਸ਼ਨ ਜਿਹਨੂੰ ਕਹਿੰਦੇ ਆ, ਕਿ ਵੱਡਾ ਵਰਗ ਭਾਵੁਕ ਹੋ ਕੇ ਐਜ਼ ਅ ਰਿਐਕਸ਼ਨ ਡਰ ਕੇ ਤੁਹਾਡੇ ਨਾਲ ਤੁਰ ਪਵੇ। ਦੋ ਹੀ ਤਰੀਕੇ ਲੋਕਾਂ ਨੂੰ ਜੋੜਨ ਦੇ, ਪਿਆਰ ਨਾਲ ਜੋੜ ਲਓ ਜਾਂ ਡਰਾ ਕੇ ਜੋੜ ਲਓ। ਭਾਰਤੀ ਜਨਤਾ ਪਾਰਟੀ ਦੀ ਜਿਹੜੇ ਪਿਛਲੇ 6 ਸਾਲ ਤੋਂ ਰਾਜਨੀਤੀ ਡਰਾ ਕੇ ਜੋੜਨ ਦੀ ਹੈ, ਇਹ ਰਾਜਨੀਤੀ ਕਾਂਗਰਸ ਵੀ ਕਰਦੀ ਸੀ ਔਰ ਅਲੱਗ ਤਰੀਕੇ ਨਾਲ ਕਰਦੀ ਸੀ, ਮਗਰ ਇਹਨਾਂ ਨੇ ਤਾਂ ਸਿੱਧੇ ਤਰੀਕੇ ਨਾਲ ਹੀ ਲੋਕਾਂ ਨੂੰ ਧਰਮ ਦੇ ਨਾਮ 'ਤੇ ਡਰਾ ਕੇ, ਧਮਕਾ ਕੇ, ਜਾਂ ਮਾਈਨੋਰਿਟੀ ਨੂੰ ਬਲੇਮ ਕਰਕੇ, ਇੰਨਾ ਮੈਜੋਰਿਟੀ ਏਰੀਆ ਹੋਵੇ 80% 85%, ਜਿੱਥੇ ਇੱਕ ਵਰਗ ਦੇ ਲੋਕ ਹੋਣ, ਇੱਕ ਧਰਮ ਦੇ ਲੋਕ ਹੋਣ, ਫਿਰ ਵੀ ਉਹ ਡਰੀ ਜਾਣਗੇ ਜੀ ਸਾਨੂੰ ਸਿੱਖਾਂ ਤੋਂ ਡਰ ਹੈ, ਸਾਨੂੰ ਮੁਸਲਮਾਨਾਂ ਤੋਂ ਡਰ ਹੈ। ਇਹ ਹੱਸਣ ਵਾਲੀ ਗੱਲ ਲੱਗਦੀ ਹੈ ਸੋਚੋ, ਮਗਰ ਇਲੈਕਟੋਰਲੀ ਪੋਲੀਟਿਕਸ ਦੇ ਵਿੱਚ ਇਹ ਕੰਮ ਕਰਦੀ ਹੈ ਜੀ। ਔਰ ਉਹਨਾਂ ਨੇ ਇਹ ਸਿੱਧਾ ਜਾਂ ਸਿੰਪਲ ਤਰੀਕਾ ਅਪਣਾਇਆ ਹੈ। ਉਹਦਾ ਨੁਕਸਾਨ ਤਾਂ ਹੋ ਹੀ ਰਿਹਾ ਕਿ ਲੋਕਾਂ ਦਾ ਧਿਆਨ ਇਕਨੋਮਿਕ ਇਸ਼ੂਜ਼ ਵੱਲ ਨਹੀਂ ਜਾ ਰਿਹਾ, ਲੋਕਾਂ ਦਾ ਨੌਕਰੀਆਂ ਵੱਲ ਧਿਆਨ ਨਹੀਂ ਜਾ ਰਿਹਾ, ਤੁਸੀਂ ਐਜ਼ ਅ ਦੇਸ਼ ਗਰੀਬ ਹੁੰਦੇ ਜਾ ਰਹੇ ਹੋ, ਤੁਹਾਡੇ ਰਿਸ਼ਤੇ, ਡਿਪਲੋਮੇਸੀ, ਫੋਰਨ ਪਾਲਿਸੀ ਗਲਤ ਹੁੰਦੀ ਜਾ ਰਹੀ ਹੈ, ਮਗਰ ਉਸ ਦੇ ਬਾਵਜੂਦ ਵੀ ਤੁਸੀਂ ਇਲੈਕਸ਼ਨਾਂ ਵਿੱਚ ਜਿੱਤ ਰਹੇ ਹੋ ਜੀ। ਸੋ ਇਹ ਜਦ ਤੱਕ ਲੋਕਾਂ ਨੂੰ ਇਹਨਾਂ ਛੋਟੇ ਮੁੱਦਿਆਂ 'ਤੇ ਆਪਾਂ ਡਿਵਾਈਡ ਹੁੰਦੇ ਦੇਖਦੇ ਰਹਾਂਗੇ, ਉਹ ਹੁੰਦੇ ਰਹਿਣਗੇ, ਉਦੋਂ ਤੱਕ ਤੁਹਾਡੇ ਮੁਲਕ ਵਿੱਚ ਖੁਸ਼ਹਾਲੀ ਨਹੀਂ ਆ ਸਕਦੀ ਜੀ। ਜਿਹਨਾਂ ਮੁਲਕ ਵਿੱਚ ਖੁਸ਼ਹਾਲੀ ਆਈ ਹੈ, ਪ੍ਰੋਸਪੈਰਿਟੀ ਆਈ ਹੈ, ਡਿਵੈਲਪਮੈਂਟ ਆਈ ਹੈ, ਉਹ ਸਾਰੇ ਉਹ ਮੁਲਕ ਸੀ ਜਿਹੜੇ ਲੋਕਾਂ ਨੇ ਇੱਦਾਂ ਦੇ ਮੁੱਦਿਆਂ ਨੂੰ ਪਿੱਛੇ ਛੱਡ ਪਰੇ ਕਰਤਾ। ਯੂਰਪ ਨੇ ਜਿੱਦਣ
ਇਹ ਫੈਸਲਾ ਲੈ ਕੇ ਅਸੀਂ ਧਰਮ ਦੇ ਨਾਮ ਤੇ ਬਿਲਕੁਲ ਡਿਵਾਈਡ ਨਹੀਂ ਹੋਣਾ, ਧਰਮ ਦੇ ਨਾਮ ਤੇ ਵੋਟਾਂ ਨਹੀਂ ਦੇਣੀਆਂ। ਉਦੋਂ ਉੱਥੇ ਕ੍ਰਿਸਚੀਅਨਿਟੀ ਚਰਚ ਹੋ ਗਏ ਖਾਲੀ ਤੇ ਲੋਕੀ ਹੋ ਗਏ ਅਮੀਰ ਜੀ, ਤੇ ਲੋਕ ਹੋ ਗਏ, ਦੇਸ਼ ਹੋ ਗਿਆ ਡਿਵੈਲਪਡ ਜੀ। ਇਹ ਤਰੀਕਾ ਹੁੰਦਾ ਡਿਵੈਲਪਮੈਂਟ ਦਾ। ਸਭ ਦੇ ਨਾਲ ਵਿਕਾਸ, ਸਭ ਦਾ ਨਾਰਾ ਦੇਣ ਨਾਲ ਗੱਲ ਨਹੀਂ ਹੁੰਦੀ। ਵਿਕਾਸ ਹੁੰਦਾ ਸ਼ਾਂਤੀ ਨਾਲ, ਪੀਸਫੁਲ ਨਾਲ। ਇਦਾਂ ਦੇ ਭੜਕਾਊ ਭਾਸ਼ਣਾਂ ਨਾਲ ਨਾ ਵਿਕਾਸ ਹੁੰਦਾ ਤੇ ਨਾ ਹੀ ਕੋਈ ਕਿਸ ਦਾ ਭਲਾ ਹੁੰਦਾ ਜੀ। ਤੇ ਇਸ ਕਰਕੇ ਸਭ ਤੋਂ ਪਹਿਲੀ ਡਿਊਟੀ ਹੁੰਦੀ ਹੈ ਲੋਕਾਂ ਨੂੰ, ਸਰਕਾਰ ਨਾਲ, ਕਿ ਲਾਅ ਐਂਡ ਆਰਡਰ ਮੇਨਟੇਨ ਕਰੋ, ਸ਼ਾਂਤੀ ਰੱਖੋ ਜੀ। ਸ਼ਾਂਤੀ ਹੁੰਦੀ ਹੈ ਤਾਂ ਕਿ ਉਦਾਂ ਦੇ ਸ਼ਬਦ ਹੀ ਨਾ ਬੋਲਣ ਦਿਓ ਜਿਹਦੇ ਨਾਲ ਲੋਕਾਂ ਦਾ ਹਰਟ ਹੁੰਦਾ ਹੈ ਜਾਂ ਭਾਵਨਾ ਭੜਕਦੀ ਹੈ ਜੀ। ਧਰਮ ਐਸਾ ਫੀਲਡ ਹੈ ਕਿ ਸਭ ਤੋਂ ਜ਼ਿਆਦਾ ਭਾਵਨਾ ਭੜਕਾਉਂਦਾ ਹੈ ਜੀ। ਧਰਮ ਤੇ ਡਿਬੇਟ ਨਹੀਂ ਹੁੰਦੀ, ਧਰਮ ਤੇ ਤੁਸੀਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਹੋ, ਇਹ ਧਰਮ ਤਾਂ ਹੈ ਹੀ ਨਹੀਂ। ਧਰਮ ਤਾਂ ਬਹੁਤ ਅਲੱਗ ਚੀਜ਼ ਹੈ, ਕਰਨਾ ਧਰਮ ਲੌਕਿਕ ਚੀਜ਼ ਹੈ। ਧਰਮ ਤਾਂ ਤੁਹਾਡੇ ਅੰਦਰਲੀ ਈਸ਼ਵਰ ਨਾਲ ਜੁੜਨ ਦਾ ਤਰੀਕਾ ਹੈ, ਰਸਤੇ ਹੈ, ਟੈਕਨੀਕ ਹੈ ਜੀ। ਤੁਸੀਂ ਉਹਨੂੰ ਇੰਨੇ ਛੋਟੇ ਲੈਵਲ ਤੇ ਆਪਣੇ ਛੋਟੇ ਛੋਟੇ ਫਾਇਦੇ ਲਈ ਇਸਤੇਮਾਲ ਕਰੋਗੇ, ਇਹ ਸਭ ਤੋਂ ਧਾਰਮਿਕ ਕੰਮ ਹੁੰਦਾ ਜੀ। ਤੇ ਇਸ ਕਰਕੇ ਮਗਰ ਜੇ ਪੋਲੀਟਿਕਸ ਲੈਵਲ ਤੇ ਆਈ ਜਾਵੇ, ਉਸ ਦੇ ਬਾਵਜੂਦ ਵੀ ਕਿਸੇ ਨੂੰ ਮਾਰਨਾ ਕਿਉਂਕਿ ਉਹ ਕਿਸੇ ਧਰਮ ਦੇ ਖਿਲਾਫ ਬੋਲਦਾ ਹੈ ਜਾਂ ਕਿਸੇ ਧਰਮ ਦੇ ਹੱਕ ਵਿੱਚ ਬੋਲਦਾ ਹੈ, ਤੇ ਇਹ ਸਭ ਤੋਂ ਪਹਿਲਾਂ ਨਾਰਮਲ ਲਾਅ ਐਂਡ ਆਰਡਰ ਮਸ਼ੀਨਰੀ ਹੁੰਦੀ ਕਿ ਇਦਾਂ ਬੰਦਿਆਂ ਨੂੰ ਪਹਿਲਾਂ ਤੁਸੀਂ ਡਿਸਪਲਿਨ ਕਰ ਲਓ, ਪਹਿਲਾਂ ਤੁਸੀਂ ਉਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਭੇਜ ਦਿਓ ਤਾਂ ਕਿ ਨੌਬਤ ਆਏ ਨਾ ਜੀ। ਕਿਉਂਕਿ ਫ੍ਰਿੰਜ ਗਰੁੱਪ ਆਪਾਂ ਕਹਿੰਦੇ ਆ, ਕੁਝ ਕਹਿੰਦੇ ਕਿ ਹਰ ਗਰੁੱਪ ਦੇ ਕੁਝ ਬੰਦੇ ਹੁੰਦੇ ਜਿਹਨੂੰ ਆਪਾਂ ਐਕਸਟ੍ਰੀਮਿਸਟ ਕਹਿੰਦੇ ਆ, ਜਿਹਨੂੰ ਕਹਿੰਦੇ ਆਪਾਂ ਕੁਝ ਵੀ ਕਹਿ ਸਕਦੇ ਆ, ਔਰ ਉਹ ਹਰ ਗਰੁੱਪ ਦੇ ਨਾਲ ਹੈਗੇ। ਤੁਸੀਂ ਕਾਮਰੇਡਾਂ ਵੀ ਦੇਖ ਸਕਦੇ ਹੋ, ਤੁਸੀਂ ਹਿੰਦੂਆਂ ਵੀ ਦੇਖ ਸਕਦੇ ਹੋ, ਸਿੱਖਾਂ ਵੀ ਦੇਖ ਸਕਦੇ ਹੋ, ਮੁਸਲਮਾਨਾਂ ਵੀ ਦੇਖ ਸਕਦੇ ਹੋ। ਇਹ ਫ੍ਰਿੰਜ ਗਰੁੱਪ ਨੂੰ ਕਾਨੂੰਨ ਨੇ ਰੱਖਣਾ ਕੰਟਰੋਲ ਦੇ ਵਿੱਚ, ਔਰ ਉਹ ਉਦੋਂ ਹੀ ਉਹਨਾਂ ਨੂੰ ਜਦੋਂ ਮਾੜੀ ਤੁਸੀਂ ਆਜ਼ਾਦੀ ਦਿਓ, ਉਹ ਆਪਣੀਆਂ ਮੂਰਖਤਾਪਨ ਅੱਗੇ ਆ ਕੇ ਉਹਨਾਂ ਦਾ ਕੋਈ ਸਟੇਕ ਨਹੀਂ ਹੁੰਦਾ। ਉਹਨਾਂ ਨੇ ਸਮਾਜ ਦੇ ਵਿੱਚ ਆਪਣੀ ਇੰਪੋਰਟੈਂਸ ਲਈ ਕੋਈ ਨਾ ਕੋਈ ਐਸਾ ਐਕਟ ਕਰਨਾ ਜਿਹਦੇ ਨਾਲ ਅਟੈਂਸ਼ਨ ਡਿਵਰਟ ਹੋਵੇ, ਔਰ ਇਹ ਚੀਜ਼ ਨੂੰ ਪੋਲੀਟੀਸ਼ੀਅਨ ਯੂਜ਼ ਕਰਦੇ ਜੀ। ਔਰ ਜਦੋਂ ਪੋਲੀਟੀਸ਼ੀਅਨ ਨੈਸ਼ਨਲ ਗਵਰਨਮੈਂਟ ਕੰਟਰੋਲ ਕਰਦੇ ਨੇ, ਉਹਨਾਂ ਕੋਲ ਐਡੀ ਵੱਡੀ ਪਾਵਰ ਆ ਜਾਂਦੀ ਹੈ ਏਜੰਸੀਆਂ ਦੀ, ਇੰਟੈਲੀਜੈਂਸ ਏਜੰਸੀ ਦੀ, ਪੁਲਿਸ ਦੀ, ਆਰਮੀ ਦੀ। ਉਦੋਂ ਜੇ ਉਹ ਆਪਣੇ ਛੋਟੇ ਇਰਾਦਿਆਂ ਲਈ ਜੀ ਇੱਦਾਂ ਦੇ ਕੰਮ ਕਰਨ ਜਾਂ ਕਿਸੇ ਨੂੰ ਮਰਵਾ ਦੇਣ ਤਾਂ ਆਸਾਨ ਬੜਾ। ਤੁਸੀਂ ਦੇਖ ਸਕਦੇ ਹੋ ਕਿੱਦਾਂ ਇਮਰਾਨ ਤੇ ਗੋਲੀ ਚੱਲੀ ਪਾਕਿਸਤਾਨ ਵਿੱਚ, ਕੋਈ ਨਹੀਂ ਮੰਨਦਾ ਕਿ ਬੰਦੇ ਨੇ ਚਲਾਈ ਹੈ, ਉਹਨਾਂ ਨੂੰ ਲੱਗਦਾ ਕਿ ਪਿੱਛੇ ਪਾਕਿਸਤਾਨ ਦੀ ਫੌਜ ਹੈ, ਫੋਰਸ ਹੈਗੀ ਪਿੱਛੇ, ਕਿਉਂਕਿ ਪਾਕਿਸਤਾਨ ਦੀ ਆਰਮੀ ਵੀ ਇਹੋ ਜਿਹੀ ਪੋਲੀਟਿਕਸ ਕਰਦੀ ਰਹਿੰਦੀ। ਹੁਣ ਸਾਡੇ ਮੁਲਕ ਵਿੱਚ ਵੀ ਬਹੁਤ ਸਾਰੇ ਇੱਦਾਂ ਦੇ ਕ੍ਰਾਈਮ ਲੋਕਾਂ ਨੂੰ ਐਂ ਲੱਗਦੇ ਆ ਕਿ ਇਹ ਇੰਡੀਵਿਜੂਅਲ ਨਹੀਂ ਹੋ ਸਕਦੇ, ਇਹ ਕੋਈ ਵੱਡੀ ਸ਼ਕਤੀ ਪਿੱਛੇ ਕਰ ਰਹੀ ਹੈ। ਕਿਹੜੀ ਸ਼ਕਤੀ? ਜਿਹਨਾਂ ਨੂੰ ਫਾਇਦਾ ਹੋ ਰਿਹਾ। ਤੋ ਇਸ ਕਰਕੇ ਹੈ ਤਾਂ ਟ੍ਰੈਜਡੀ, ਹੈ ਤਾਂ ਦੁੱਖ ਦੀ ਗੱਲ। ਔਰ ਪੰਜਾਬ ਦਾ ਮਾਹੌਲ ਕਿਉਂ ਨਹੀਂ ਖਰਾਬ ਹੋਏਗਾ? ਉਸ ਤੋਂ ਪਹਿਲਾਂ ਤੁਸੀਂ ਇੰਨੀ ਆਜ਼ਾਦੀ ਦਿੱਤੀ, ਇਹ ਇੱਕ ਬੰਦਾ ਬੋਲ ਰਿਹਾ, ਬਾਹਰੋਂ ਆ ਰਿਹਾ, ਐਕਸਟ੍ਰੀਮ ਗੱਲਾਂ ਕਰ ਰਿਹਾ, ਔਰ ਕੰਮ ਦੀ ਗੱਲ ਕੋਈ ਨਹੀਂ ਕਰ ਰਿਹਾ। ਬਿਲਕੁਲ, ਕਿ ਪੰਜਾਬ ਨੇ ਖੁਸ਼ਹਾਲ ਕਿੱਦਾਂ ਹੋਣਾ, ਪੰਜਾਬ ਦੇ ਪਾਣੀ ਕਿੱਦਾਂ ਬਚਨੇ ਆ, ਪੋਲਿਊਸ਼ਨ ਕਿੱਦਾਂ ਖਤਮ ਹੋਣੇ, ਨੌਕਰੀਆਂ ਕਿੱਦਾਂ ਬਣਨੀ, ਪੜ੍ਹਾਈ ਕਿੱਦਾਂ ਚੱਲਣੀ, ਹਸਪਤਾਲ ਕਿੱਦਾਂ ਚੱਲਣੇ, ਇਹਨਾਂ ਦੀ ਗੱਲ ਤੁਸੀਂ ਕਰ ਨਹੀਂ ਰਹੇ। ਤੁਸੀਂ ਬਿਲਕੁਲ ਉਹ ਗੱਲਾਂ ਕਰ ਰਹੇ ਜਿਹਦੇ ਨਾਲ ਹਰ ਮੁਲਕ, ਹਰ ਘਰ, ਹਰ ਘਰਾਣਾ, ਹਰ ਜਾਤੀ ਗਰੀਬ ਹੁੰਦੀ ਹੈ, ਬਰਬਾਦ ਹੁੰਦੀ ਹੈ। ਜੀ ਸਰ, ਇੱਕ ਸਵਾਲ ਇਹ ਵੀ ਬਣਦਾ ਕਿ ਜਿਹੜਾ ਸੂਓ ਮੋਟੋ ਨੋਟਿਸ ਲੈਂਦੀਆਂ ਨੇ ਕੋਰਟਾਂ, ਚਾਹੇ ਹਾਈ ਕੋਰਟ ਲਵੇ ਚਾਹੇ ਸੁਪਰੀਮ ਕੋਰਟ ਲਵੇ, ਉਹ ਕਿੰਨਾ ਕੰਡੀਸ਼ਨਾਂ ਦੇ ਵਿੱਚ ਲਿਆ ਜਾਂਦਾ ਤੇ ਉਹ ਸੂਓ ਮੋਟੋ ਨੋਟਿਸ ਹੁੰਦਾ ਕੀ ਹੈ? ਤੇ ਥਰਡ ਗੱਲ ਹੈ ਵੀ ਜਿਸ ਹਿਸਾਬ ਨਾਲ ਹਾਲਾਤ ਦੇਸ਼ ਦੇ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਆ, ਇਹ ਕੋਰਟਾਂ ਆਪਣੇ ਆਪ ਕੁਝ ਐਕਸ਼ਨ ਕਿਉਂ ਨਹੀਂ ਲੈਣ ਦੇ ਰੌਂ ਦੇ ਵਿੱਚ ਆਉਂਦੀਆਂ? ਕੋਰਟ ਐਕਸ਼ਨ ਪਾਵਰ ਕਿਉਂ ਦਿੱਤੀ ਹੋਈ ਹੈ ਕਿ ਕਈ ਵਾਰੀ ਹਾਲਾਤ ਇਹੋ ਜਿਹੇ ਹੁੰਦੇ ਕਿ ਕੰਪਲੇਨੈਂਟ ਤੁਹਾਡੇ ਕੋਲ ਆ ਵੀ ਨਹੀਂ ਸਕਦਾ। ਜਿੱਦਾਂ ਹੁਣ 84 ਦੇ ਦੰਗੇ ਕਹਿਣਾ ਗਲਤ ਹੈ, 84 ਦਾ ਕਤਲੇਆਮ ਜੋ ਦਿੱਲੀ ਵਿੱਚ ਸ਼ੁਰੂ ਹੋਇਆ, ਉੱਥੇ ਸੁਪਰੀਮ ਕੋਰਟ ਬੈਠਾ ਸੀ, ਉੱਥੇ ਦਿੱਲੀ ਹਾਈ ਕੋਰਟ ਬੈਠਾ ਸੀ। ਸੁਪਰੀਮ ਕੋਰਟ ਦੇ 30-35 ਜੱਜ ਹੁੰਦੇ ਆ, ਹਾਈ ਕੋਰਟ ਦੇ 50, 60, 70, 80 ਜੱਜ ਹੁੰਦੇ ਆ। ਹਰ ਬੰਦੇ ਕੋਲ ਪਾਵਰ ਸੀ ਕਿ ਸਿਓ ਮੋਟੋ ਪੁਲਿਸ ਨੂੰ ਪੁੱਛਦਾ ਕਿਉਂ ਹੋ ਰਿਹਾ, ਆਰਮੀ ਕਿਉਂ ਨਹੀਂ ਬੁਲਾਈ ਜਾ ਰਹੀ। ਆਰਮੀ ਦੇ ਚੀਫ ਨੂੰ ਸਮਨ ਕਰ ਸਕਦਾ ਸੀ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਸਭ ਨੂੰ ਰੋਕ ਸਕਦਾ ਸੀ ਚਾਹੁੰਦੇ, ਪਰ ਨਹੀਂ। ਇਸ ਕਰਕੇ ਪਾਵਰ ਤਾਂ ਤੁਹਾਡੇ ਕੋਲ ਇਸ ਲਈ ਹੈ ਕਿ ਇਦਾਂ ਦੇ ਹਾਲਾਤਾਂ ਵਿੱਚ ਐਕਟ ਕਰਨ। ਉਹਨਾਂ ਹਾਲਾਤਾਂ ਵਿੱਚ ਕੋਈ ਕੰਪਲੇਨੈਂਟ ਨਹੀਂ ਆ ਸਕਦਾ ਸੀ, ਸਰਕਾਰ ਨੇ ਠਾਣ ਲਿਆ ਸੀ ਕਿ ਇੱਥੇ ਕਤਲੇਆਮ ਕਰਨਾ ਹੈ। ਉਹਨਾਂ ਹਾਲਾਤਾਂ ਵਿੱਚ ਕੋਰਟ ਇੱਕ ਸਿਸਟਮ ਰਹਿ ਜਾਂਦਾ ਸੀ ਜਦੋਂ ਆਪਣੇ ਆਪ ਕਰਦੇ। ਉਹਨਾਂ ਹਾਲਾਤਾਂ ਵਿੱਚ ਆਰਮੀ ਵੀ ਆਪਣੇ ਆਪ ਰੋਕਦੇ ਤਾਂ ਉਹ ਵੀ ਜਾਇਜ਼ ਸੀ। ਜੇ ਪ੍ਰੈਜ਼ੀਡੈਂਟ ਵੀ ਆਪਣਾ ਸੁਪਰੀਮ ਕਮਾਂਡਰ ਸਮਝ ਕੇ ਆਪਣੇ ਆਪ ਨੂੰ ਆਰਮੀ ਨੂੰ ਕਮਾਂਡ ਕਰਦਾ ਤਾਂ ਉਹ ਵੀ ਕਾਨੂੰਨ ਦੇ ਮੁਤਾਬਿਕ ਮੰਨੀ ਜਾਣੀ ਸੀ। ਮਗਰ ਸਭ ਤੋਂ ਆਸਾਨ ਸੀ ਸੁਪਰੀਮ ਕੋਰਟ ਲਈ ਕਰਨਾ, ਪਰ ਸੁਪਰੀਮ ਕੋਰਟ ਨੇ ਨਹੀਂ ਕੀਤਾ। ਨਹੀਂ, ਹੁਣ ਵੀ ਚਲੋ ਉਦੋਂ 84 ਵਾਲਾ ਜਿਹੜਾ ਦੌਰ ਹੋਇਆ, ਮੰਦਭਾਗਾ ਦੌਰ ਨਿਕਲਿਆ, ਲੇਕਿਨ ਹੁਣ ਵੀ ਜਿਹੜੇ ਹਾਲਾਤ ਨੇ ਉਹੋ ਜਿਹੇ ਪੈਦਾ ਕੀਤੇ ਜਾ ਰਹੇ ਆ। ਹੁਣ ਕੋਰਟਾਂ ਕਿਉਂ ਚੁੱਪ ਨੇ? ਹੁਣ ਤਾਂ ਕਰ ਹੀ ਸਕਦੇ ਨੇ ਕੁਛ ਨਾ, ਜਾਂ ਫਿਰ ਸਰਕਾਰ ਦੀ ਮਿਲੀ ਭੁਗਤ ਨਾਲ। ਹੁਣ ਤਾਂ ਲੋਕ ਕੰਪਲੇਂਟ ਵੀ ਕਰ ਰਹੇ ਨੇ। ਕੋਰਟ ਹੈ ਕਿ ਕੋਰਟਾਂ ਦਾ ਇੱਕ ਪ੍ਰੋਬਲਮ ਹੈ, ਕੋਰਟ ਤਾਂ ਆਲਰੇਡੀ ਓਵਰਬਰਡਨਡ ਹੈ, ਔਰ ਕੋਰਟ ਕਈ ਚੀਜ਼ਾਂ ਨਹੀਂ ਕਰ ਸਕਦੀ। ਦਾ ਲਾਅ ਐਂਡ ਆਰਡਰ ਵਿੱਚ ਅਕਸਰ ਕੋਰਟ ਨੂੰ ਪਤਾ ਵੀ ਨਹੀਂ ਹੁੰਦਾ। ਕੋਰਟਾਂ ਕੋਲ ਉਨੀ ਇਨਫੋਰਮੇਸ਼ਨ ਨਹੀਂ ਹੁੰਦੀ। ਸਰਕਾਰ ਕੋਲ ਤਾਂ ਪੂਰੀ ਮਸ਼ੀਨਰੀ ਹੈ, ਜਦੋਂ ਆਪਾਂ ਕਹਿੰਦੇ ਨੇ ਅੱਖਾਂ ਹੈ, ਕੰਨ ਹੈ, ਅਲੱਗ-ਅਲੱਗ ਏਜੰਸੀਆਂ, ਅਲੱਗ-ਅਲੱਗ ਪੁਲਿਸ ਫੋਰਸ ਹੈ, ਇੰਟੈਲੀਜੈਂਸ ਬਿਊਰੋ ਹੈ,
ਉਹ ਸਾਰੀ ਇਨਫੋਰਮੇਸ਼ਨ ਇਕੱਠੀ ਕਰ ਰਹੀ ਹੈ ਨਾ ਸਰਕਾਰ ਲਈ। ਜੀ ਤੇ ਸਰਕਾਰ ਕੋਲ ਜੇ ਦੇਖਿਆ ਜਾਵੇ ਤਾਂ ਇਨਫੋਰਮੇਸ਼ਨ ਕਿਤੇ ਜ਼ਿਆਦਾ ਹੁੰਦੀ ਹੈ, ਕੋਰਟਾਂ ਕੋਲ ਉਨੀ ਇਨਫੋਰਮੇਸ਼ਨ ਕਦੀ ਨਹੀਂ ਹੋ ਸਕਦੀ। ਮਗਰ ਕੋਰਟ ਹਰ ਏਜੰਸੀ ਨੂੰ ਐਕਟੀਵੇਟ ਤਾਂ ਕਰ ਸਕਦੀ ਹੈ, ਜੀ ਜੀ ਕੋਰਟ ਐਕਸਪਲੇਨੇਸ਼ਨ ਤਾਂ ਪੁੱਛ ਸਕਦੀ ਹੈ, ਤਾਂ ਕੋਰਟ ਡਾਇਰੈਕਸ਼ਨਾਂ ਤਾਂ ਦੇ ਸਕਦੀ ਸਰਕਾਰ ਨੂੰ ਕਿ ਇਸ ਤੇ ਧਿਆਨ ਤਾਂ ਲਿਆ ਸਕਦੀ ਕਿ ਇਹਦਾ ਕੁਝ ਕਰੋ। ਸੋ ਉਹ ਹਾਲਾਤਾਂ ਵਿੱਚ ਕੋਰਟ, ਬਟ ਅਕਸਰ ਕੋਰਟ ਦਾ ਐਟੀਟਿਊਡ ਹੁੰਦਾ ਹੈ ਕਿ ਜਦ ਤੱਕ ਕੋਈ ਕੰਪਲੇਨੈਂਟ ਆਉਂਦਾ ਨਹੀਂ ਉਦ ਤੱਕ ਉਹ ਕੁਝ ਨਹੀਂ ਕਰਦੇ। ਜੀ ਸਰ, ਇੱਕ ਆਖਰੀ ਸਵਾਲ ਆ, ਜਿਵੇਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਬੜਾ ਮੰਦਭਾਗੀ ਸਾਰੇ ਪੰਜਾਬ ਨੂੰ ਝੰਜੋੜਿਆ, ਉਦੋਂ ਨਾਲ ਕਬੱਡੀ ਦੇ ਖਿਡਾਰੀ ਸੀ ਜਿਹੜੇ, ਉਹਨਾਂ ਦੇ ਕਤਲ ਹੋਏ ਨੇ। ਹੁਣ ਸੂਰੀ ਵਾਲੀ ਘਟਨਾ ਵਾਪਰੀ, ਇਹਦਾ ਵੀ ਮਰਡਰ ਹੋਇਆ। ਹੁਣ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਕੁਝ ਭਵਿੱਖ ਇਦਾਂ ਦਾ ਹੋਏਗਾ? ਕਿਉਂਕਿ ਜਿਵੇਂ ਗੈਂਗਸਟਰਵਾਦ ਬਹੁਤ ਜ਼ਿਆਦਾ ਵੱਧ ਰਿਹਾ, ਦਿਖਾਇਆ ਜਾ ਰਿਹਾ ਉਸ ਚੀਜ਼ ਨੂੰ, ਹੈ ਨਾ, ਅਤੇ ਉਹਦੇ ਨਾਲ ਫਰੌਤੀਆਂ ਦਾ ਵੀ ਇੱਕ ਬਿਜ਼ਨਸ ਬੜੇ ਵੱਡੇ ਲੈਵਲ 'ਤੇ ਚੱਲ ਪਿਆ। ਤਾਂ ਹੁਣ ਇਹ ਜਾਣ ਬੁੱਝ ਕੇ ਘਟਨਾਵਾਂ ਇਦਾਂ ਕੀਤੀਆਂ ਜਾ ਰਹੀਆਂ ਨੇ, ਜਾਂ ਇਹ ਕੋਈ ਲੱਗ ਰਿਹਾ ਤੁਹਾਨੂੰ ਵੀ ਹੋ ਰਿਹਾ ਚੰਚੇਤ, ਵੀ ਕੁਦਰਤੀ ਕੋਈ ਨੈਚੁਰਲੀ ਗੱਲਾਂ ਹੋ ਰਹੀਆਂ? ਜਦੋਂ ਕੋਈ ਕਤਲ ਹੁੰਦਾ ਕੋਈ ਜਾਣ ਬੁੱਝ ਕੇ ਕਰ ਰਿਹਾ ਹੁੰਦਾ, ਉਹਦੇ ਪਿੱਛੇ ਵੱਡਾ षडयंत्र भी ਹੁੰਦਾ। ਕਤਲ ਐਵੇਂ ਤਾਂ ਹੋ ਨਹੀਂ ਰਿਹਾ, ਇਹ ਤਾਂ ਗੁੱਸੇ ਵੀ ਤਾਂ ਹੈ ਨਹੀਂ ਕਿ ਰੋਡ ਵਿੱਚ ਗੁੱਸਾ ਚੜਿਆ, ਇੱਕ ਬੰਦੇ ਨੇ ਬੰਦੂਕ ਕੱਢੀ ਮਾਰਤਾ। ਇਸ ਕਰਕੇ ਮੂਸੇਵਾਲੇ ਦਾ ਮਰਡਰ ਤਾਂ ਸਰਟਨਲੀ ਇੱਕ षडयंत्र ਹੈ, ਪ੍ਰੀ ਪਲਾਨ ਕਿਹਨੇ ਕਰਵਾਇਆ। ਔਰ ਮੌਜੂਦਾ ਸਰਕਾਰ ਲਈ ਸਭ ਤੋਂ ਵੱਡੀ ਐਂਬੈਰੈਸਮੈਂਟ ਬਣੀ, ਕਿੱਥੇ ਉਹਨੇ ਸਭ ਦੀ ਸਿਕਿਉਰਿਟੀ ਵਾਪਸ ਕਰਕੇ ਉਸ ਪੁਲਿਸ ਨੂੰ ਲਾਉਣਾ ਸੀ ਲਾਅ ਐਂਡ ਆਰਡਰ ਇਨਵੈਸਟੀਗੇਸ਼ਨ ਦੇ ਵਿੱਚ, ਉਹ ਕੁਝ ਨਾ ਕਰ ਸਕੇ। ਇੱਕ ਵੱਡਾ ਡਿਸੀਜਨ ਖਰਾਬ ਹੋ ਗਿਆ। ਸੋ ਕਲੀਅਰਲੀ ਇਹ ਪੰਜਾਬ ਲਈ ਤਾਂ ਬਹੁਤ ਬਹੁਤ ਭਾਰੀ ਪਿਆ ਇਮੀਡੀਏਟ ਲਾਅ ਐਂਡ ਆਰਡਰ ਲਈ। ਉਸ ਤੋਂ ਬਾਅਦ ਜਦੋਂ ਇੱਕ ਵੱਡਾ ਬੰਦਾ ਮਰ ਜਾਂਦਾ ਜਿਹਨੂੰ ਸਿਕਿਉਰਿਟੀ ਵੀ ਸੀ, ਔਰ ਉਸ ਨਾਲ ਗੈਂਗਸਟਰ ਦਾ ਕਿੰਨਾ ਵੱਡਾ ਹੌਸਲਾ ਵੱਧ ਜਾਂਦਾ ਹੈ। ਹੁਣ ਤੁਸੀਂ ਆਮ ਬੰਦਾ ਜਿਹਨੂੰ ਟੈਲੀਫੋਨ ਕਰਕੇ ਲਿਆਓ 2 ਲੱਖ ਰੁਪਏ ਨੂੰ, ਤਾਂ ਦੇਖ ਲਿਆ ਅਸੀਂ ਮਾਰਤਾ ਸਿੱਧਾ ਮੂਸੇਵਾਲਾ, ਮਾਰਿਆ ਨਾ ਮਾਰਿਆ, ਇੱਦਾਂ ਦੀ ਗੱਲਾਂ ਆਮ ਹੋ ਗਈਆਂ। ਉਹਦੇ ਨਾਲ ਲੋਕ ਡਰ ਜਾਂਦੇ ਨੇ। ਤਾਂ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਸ਼ਾਂਤੀ ਬਣਾਉਣੀ। ਸ਼ਾਂਤੀ ਜੇ ਤੁਸੀਂ ਕਾਨੂੰਨ ਦੇ ਮੁਤਾਬਿਕ ਬਣਾ ਸਕੋ ਤਾਂ ਬਹੁਤ ਵੱਡੀ ਗੱਲ ਹੈ। ਜੇ ਕਾਨੂੰਨ ਦੇ ਮੁਤਾਬਿਕ ਵੀ ਨਹੀਂ, ਘੱਟੋ ਘੱਟ ਸ਼ਾਂਤੀ ਦਾ ਬਣਾਓ। ਲਾਅ ਐਟ ਐਨੀ ਕਾਸਟ, ਇਸ ਲਈ ਕਹਿੰਦੇ ਲਾਅ ਐਂਡ ਆਰਡਰ। ਲਾਅ ਦੇ ਮੁਤਾਬਿਕ ਆਰਡਰ ਮੇਨਟੇਨ ਕਰੋ। ਜੇ ਤੁਸੀਂ ਲਾਅ ਦੇ ਮੁਤਾਬਿਕ ਨਹੀਂ ਵੀ ਕਰ ਸਕਦੇ, ਘੱਟੋ ਘੱਟ ਆਰਡਰ ਤਾਂ ਮੇਨਟੇਨ ਕਰੋ। ਮਗਰ ਨਾ ਹੁਣ ਅਸੀਂ ਮੇਨਟੇਨ ਆਰਡਰ ਕਰ ਪਾ ਰਹੇ, ਨਾ ਲਾਅ ਦੇ ਮੁਤਾਬਿਕ ਕਰ ਰਹੇ ਹਾਂ, ਤਾਂ ਇਨਸਾਫ ਤਾਂ ਅਗਲੀ ਸਟੇਜ ਹੈ ਕਿ ਤੁਸੀਂ ਜਿਹੜਾ ਵਿਕਟਿਮ ਨੂੰ ਇਨਸਾਫ ਹੀ ਦਿਵਾਓ। ਸੋ ਇਸ ਕਰਕੇ ਮੂਸੇਵਾਲੇ ਮਰਡਰ ਕੇਸ ਵਿੱਚ ਹਾਲੇ ਤੱਕ ਜਿਹੜੇ ਹਾਲਾਤ ਨਜ਼ਰ ਆਏ, ਜਿੱਦਾਂ ਦਾ ਚਲਾਨ ਪੇਸ਼ ਹੋਇਆ, ਉਸ ਤੋਂ ਨਜ਼ਰ ਨਹੀਂ ਆਉਂਦਾ ਕਿ ਤੁਸੀਂ ਕੰਪੀਟੈਂਟ ਅਫਸਰਾਂ ਨੂੰ ਡਿਊਟੀ ਦਿੱਤੀ ਹੈ ਜਾਂ ਉਹ ਪੂਰੀ ਆਜ਼ਾਦ ਹੈ ਸੱਚਾਈ ਲੱਭਣ ਲਈ। ਕਿਉਂਕਿ ਜੋ ਚੀਜ਼ਾਂ ਆਮ ਹੀ ਬੰਦੇ ਨੂੰ ਦਿਖਦੀਆਂ, ਉਹ ਵੀ ਪੁਲਿਸ ਨੇ ਆਪਣਾ ਉਹਨਾਂ ਪੁਆਇੰਟਸ ਤੇ ਵੀ ਧਿਆਨ ਨਹੀਂ ਲੈ ਰਹੇ। ਤੇ ਹਾਲਾਂਕਿ ਇਹ ਕਿਸੇ ਹੋਰ ਸਟੇਜ ਤੇ ਇਹਦੀਆਂ ਹੋਰ ਡਿਟੇਲ ਆਪਾਂ ਦੱਸਾਂਗੇ ਕਿ ਕੇਸ ਵਿੱਚ ਕੀ ਹੋ ਰਿਹਾ। ਇਸ ਸਟੇਜ ਤੇ ਜ਼ਰੂਰੀ ਨਹੀਂ ਕਿ ਉਹ ਜਿੰਨੇ ਚਲਾਨ ਦੇ ਡਿਫੈਕਟ ਹੈ ਆਪਾਂ ਗੱਲ ਕਰੀਏ, ਮਗਰ ਜੇ ਪਰਿਵਾਰ ਵੀ ਖੁਸ਼ ਨਹੀਂ ਹੈ, ਲੋਕਾਂ ਨੂੰ ਵੀ ਡਾਊਟ ਹੈ, ਔਰ ਜਿਹੜਾ ਕੋਰਟ ਦੇ ਵਿੱਚ ਉਹਨਾਂ ਨੇ ਫਾਈਨਲੀ ਚਾਰਜਸ਼ੀਟ ਦਿੱਤੀ ਹੈ, ਉਸ ਤੋਂ ਵੀ ਪਤਾ ਲੱਗਦਾ ਕਿ ਕੋਈ ਡੀਪਰ ਇਨਵੈਸਟੀਗੇਸ਼ਨ ਕੀਤੀ ਨਹੀਂ ਗਈ, ਕੋਈ ਬਰੀਕੀ ਨਾਲ ਤਫਤੀਸ਼ ਨਹੀਂ ਕੀਤੀ ਗਈ। ਜਿੱਦਾਂ ਦੀ ਪ੍ਰੋਫੈਸ਼ਨਲ ਤਫਤੀਸ਼ ਪੰਜਾਬ ਪੁਲਿਸ ਚਾਹੁੰਦੇ ਸੀ, ਪੰਜਾਬ ਦੇ ਲੋਕ ਚਾਹੁੰਦੇ ਸੀ ਕਿ ਇਹਦੇ ਵਿੱਚ ਮਤਲਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਲੱਗ ਹੋ ਜਾਣ, ਔਰ ਤੁਸੀਂ ਉਸ ਬੰਦੇ ਤੱਕ ਪਹੁੰਚੇ ਜਿਹਨੇ ਇਹ ਡਿਸੀਜਨ ਲਿਆ ਕਿ ਅਸੀਂ ਅੱਜ ਮੂਸੇਵਾਲੇ ਨੂੰ ਮਾਰਨਾ। ਇਹ ਇੰਨਾ ਜੁੜਿਆ ਹੈ ਯੂਥ ਨਾਲ, ਪੰਜਾਬ ਨਾਲ, ਕਿ ਇਹਦਾ ਬੁਰਾ ਅਸਰ ਪਏਗਾ ਸਾਰੇ ਪੰਜਾਬ ਤੇ। ਔਰ ਪੰਜਾਬ ਤੋਂ ਇਲਾਵਾ ਪੰਜਾਬ ਵੀ ਜਿੱਥੇ ਵੀ ਰਹਿੰਦੇ ਸੀ ਸਭ ਤੇ ਅਸਰ ਹੋਇਆ। ਪੰਜਾਬ ਤੋਂ ਇਲਾਵਾ ਹਰ ਕਮਿਊਨਿਟੀ ਦੇ ਲੋਕਾਂ ਦੇ ਇਹਦਾ ਅਸਰ ਹੋਇਆ। ਤਾਂ ਜੇ ਕਿਸੇ ਨੇ ਆਤੰਕੀ ਟੈਰਰਿਜ਼ਮ ਪੈਦਾ ਕਰਨਾ ਸੀ, ਜਿਹਨੇ ਟੈਰਰ ਫੈਲਾਉਣਾ ਸੀ ਹਵਾ ਦੇ ਵਿੱਚ, ਉਹਨੇ ਟਾਰਗੇਟ ਬਿਲਕੁਲ ਠੀਕ ਚੁਣਿਆ। ਲੋਕੀ ਡਰੇ ਵੀ ਹੈ, ਲੋਕਾਂ ਦੇ ਵਿਕਟਮ ਵੀ ਬਣੇ ਐਕਸਟੋਰਸ਼ਨ ਤੇ, ਲੋਕਾਂ ਦਾ ਧਿਆਨ ਹਟ ਗਿਆ ਬੇਸਿਕ ਮੁੱਦਿਆਂ ਤੇ। ਤਾਂ ਉਹ ਇਹ ਕਲਾਸਿਕ ਟੈਕਟਿਕਸ ਹੁੰਦਾ ਕਿ ਤੁਸੀਂ ਕੋਈ ਇਹੋ ਜਿਹੀ ਕੰਮ ਕਰੋ, ਔਰ ਉਹ ਇਹੋ ਜਿਹੇ ਬੰਦੇ ਤਾਂ ਪਰਵਾਹ ਨਹੀਂ ਕਰਦੇ ਹੁੰਦੇ। ਉਹ ਕਿ ਉਹਨਾਂ ਨੇ ਕੀ ਪਰਵਾਹ, ਸੋਚ ਵੀ ਨਹੀਂ ਸਕਦਾ ਸੀ ਕਿ ਮੇਰੇ ਠੀਕ ਹੈ ਉਹਦੇ ਦੁਸ਼ਮਣ ਸੀ ਬਹੁਤ ਜ਼ਿਆਦਾ ਸੀ। ਜਦੋਂ ਪਾਪੂਲਰ ਹੋ ਜਾਂਦਾ ਬੰਦੇ, ਲਾਲਚੀ ਬੰਦੇ ਮਗਰ ਬਹੁਤ ਕੁਛ ਹੋ ਜਾਂਦਾ। ਈਵਨ ਪੁਲਿਸ ਵਾਲੇ ਵੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਇੱਕ ਸ਼ੋਅ ਸਾਡੇ ਲਈ ਕਰਦੇ ਹੋ, ਇਹ ਕਰਦੇ ਹੋ, ਉਹ ਕਰਦੇ, ਇੱਦਾਂ ਦੇ ਤੰਗ ਸੀ ਉਹ, ਕਈ ਗੱਲਾਂ ਤੋਂ ਤੰਗ ਸੀ। ਮਗਰ ਉਹਨੂੰ ਇਸ ਲਈ ਟਾਰਗੇਟ ਕਰਨਾ ਕਿ ਇਸ ਪਾਰਟ ਆਫ ਦਾ ਕੰਟਰੀ ਦੇ ਟੈਰਰ ਫੈਲੇ, ਇਹ ਕਿਹਦਾ ਏਮ ਹੋ ਸਕਦਾ? ਇਹਨੂੰ ਲੱਭਣਾ ਪੰਜਾਬ ਪੁਲਿਸ ਦਾ ਪਹਿਲਾ ਕੰਮ ਸੀ। ਹਾਲੇ ਤੱਕ ਅਸੀਂ ਲੱਭ ਨਹੀਂ ਸਕੇ, ਉਸ ਪਾਸੇ ਨੂੰ ਗਈ ਨਹੀਂ ਗੱਲ। ਜੀ ਸਰ, ਤੁਹਾਡਾ ਧੰਨਵਾਦ। ਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਜਿਵੇਂ ਜਿਹੜੀ ਘਟਨਾ ਵਾਪਰੀ ਆ, ਸੂਰੀ ਕਰਕੇ ਕਤਲ ਹੋਇਆ, ਤੇ ਬਹੁਤ ਜਿਹੜਾ ਨਫ਼ਰਤ ਆ ਆਪਸ ਦੇ ਵਿੱਚ ਫੈਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ, ਵੈਸੇ ਵੀ ਬੋਲ ਕੇ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਮਾਰਨ ਦੀਆਂ ਗੱਲਾਂ ਵੀ ਹੋ ਰਹੀਆਂ ਨੇ। ਤੇ ਉੱਧਰੋਂ ਜਿਹੜੇ ਸਿੱਖ, ਖਾਸ ਕਰਕੇ ਜਿਹੜਾ ਇੱਕ ਵਰਗ ਆ ਸਿੱਖਾਂ ਦਾ, ਸਾਰੇ ਸਿੱਖ ਤਾਂ ਨਹੀਂ ਆਪਾਂ ਕਹਿ ਸਕਦੇ, ਉਹ ਵੀ ਪੂਰਾ ਜ਼ੋਰ ਲਾ ਰਹੇ ਨੇ। ਇੱਕ ਦੀ ਤਾਂ ਮੈਂ ਪੋਸਟ ਵੀ ਪੜ੍ਹ ਰਿਹਾ ਸੀ, ਉਹ ਕਹਿ ਰਿਹਾ ਸੀ ਕਿ
ਹਿੰਦੂਆਂ ਨੇ ਸ਼ਾਂਤੀ ਦੀ ਅਪੀਲ ਨਹੀਂ ਕੀਤੀ, ਸਿੱਖਾਂ ਨੂੰ ਪਤਾ ਨਹੀਂ ਕੀ ਚਾਅ ਚੜਿਆ ਹੋਇਆ ਸ਼ਾਂਤੀ ਦੀ ਅਪੀਲ ਕਰਨ ਦਾ ਵਾਰ-ਵਾਰ। ਇਸ ਕਰਕੇ ਉਹ ਕਹਿ ਰਹੇ ਵੀ ਅਸੀਂ ਗੁਲਾਮ ਆ, ਸਾਡੇ ਅੰਦਰ ਇਹ ਗੁਲਾਮੀ ਭਰੀ ਹੋਈ ਹੈ, ਤਾਂ ਅਸੀਂ ਸ਼ਾਂਤੀ ਦੀਆਂ ਅਪੀਲਾਂ ਕਰਦੇ ਹਾਂ। ਭਾਈ ਥੋੜ੍ਹੀ ਜਿਹੀ ਅਕਲ ਨੂੰ ਹੱਥ ਮਾਰੋ। ਤੁਸੀਂ ਰੋਜ਼ਾਨਾ ਸਰਬੱਤ ਦਾ ਭਲਾ ਗੁਰਦੁਆਰਿਆਂ ਵਿੱਚ ਘੱਟੋ ਘੱਟ 2 ਟਾਈਮ ਦੀ ਅਰਦਾਸ ਕਰਦੇ ਹੋ, ਇਹ ਕੋਈ ਹੋਰ ਨਹੀਂ ਕਰਦਾ। ਇਸ ਕਰਕੇ ਤੁਹਾਡੇ ਉੱਪਰ ਬੜੀ ਵੱਡੀ ਜ਼ਿੰਮੇਵਾਰੀ ਹੋਈ ਆ ਵੀ ਤੁਸੀਂ ਲੋਕਾਂ ਵਾਸਤੇ ਜਾਨਾਂ ਕੁਰਬਾਨ ਕੀਤੀਆਂ ਨੇ, ਸਮਾਜ ਦੇ ਭਲੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ। ਇਸ ਕਰਕੇ ਤੁਸੀਂ ਛੋਟੀਆਂ-ਮੋਟੀਆਂ ਗੱਲਾਂ ਵਿੱਚ ਆ ਕੇ ਸਮਾਜ ਨੂੰ ਵੰਡਣ ਦੇ ਵਿੱਚ ਜਿਹੜੀ ਇੱਕ ਸਾਜ਼ਿਸ਼ ਚੱਲ ਰਹੀ ਹੈ ਉਹਦਾ ਸ਼ਿਕਾਰ ਨਾ ਬਣੋ। ਸਾਰੀਆਂ ਕਮਿਊਨਿਟੀਆਂ, ਸਾਰੇ ਭਾਈਚਾਰੇ ਜਿਹੜੇ ਨੇ ਇਹੋ ਜਿਹੀਆਂ ਬਿਆਨਬਾਜ਼ੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਦੇਸ਼ ਦੀ ਜਿਹੜੀ ਸਾਂਝੀ ਲੜਾਈ ਆ, ਕਰਪਸ਼ਨ ਦੀ ਲੜਾਈ ਆ ਜਾਂ ਸਿਸਟਮ ਦੇ ਵਿੱਚ ਗੜਬੜੀ ਆਈ ਹੋਈ ਆ, ਉਹਦੀ ਲੜਾਈ ਵਾਸਤੇ ਇੱਕ ਦੂਜੇ ਨਾਲ ਮੋਢਾ ਜੋੜ ਕੇ ਉਪਰਾਲੇ ਕਰੋ। ਸਾਨੂੰ ਦਿਓ ਇਜਾਜ਼ਤ, ਭੁੱਲ ਚੁੱਕ ਦੀ ਖਿਮਾ।